पंजाब ते देश दुनिया दीआं प्रमुख सियासी ते समाजिक खबरां दे साडे इस खास बुलेटिन पंजाब इस वेले देख रहे दर्शकों का बहुत बहुत स्वागत है। मैं हाँ जगदीश संधू। बुलेटिन की शुरुआत करते हैं लुधियाना तो MP रवनीत सिंह बिट्टू के उस बयान तो जिसनूं लैके उन्होंने श्रोमणी अकाली दल के प्रधान सुखबीर सिंह बादल का तिखा सियासी विरोध किया है। MP रवनीत बिट्टू ने सुखबीर सिंह बादल ते भाई राजोआणा नाल मुलाकात करन दे इल्जाम लगाए ने। उन्होंने कहा कि बिक्रम सिंह मजीठिया नूं मिलण जदों सुखबीर सिंह बादल जेल विच गए सन तां उस वेले राजोआण नाल उन्होंने मुलाकात की सी। इस मामले दे विच उन्होंने केंद्रीय एजेंसियां की इनकुआरी की मांग की है। इस दे नाल ही रवनीत बिट्टू ने भाई दविंदरपाल भुल्लर की रिहाई की मांग भी की है। उन्होंने कहा कि भाई दविंदरपाल भुल्लर अपनी सज़ा पूरी कर चुके ने ते उन्हां नूं रिहा किया जाना चाहिए। इस मौके उन्होंने इस मामले नूं लैके अरविंद केजरीवाल उपर भी तिखे सियासी सवाल कसे ने। SP ਜਿਹੜੇ ਉੱਥੇ ਦੇ ਨੇ ਜਾਂ ਜਿਹੜੀ ਹੋਰ ਵੱਡੀ ਇਨਕੁਆਇਰੀ ਇਹਦੀ NIA ਕਰੇ CBI ਕਰੇ ਵੀ ਸੁਖਬੀਰ ਸਿੰਘ ਬਾਦਲ ਤੇ ਰਾਜੋਆਣਾ ਨੇ ਕੀ ਉੱਥੇ ਬਹਿ ਕੇ ਦੇਸ਼ ਨੂੰ ਬਰਬਾਦ ਕਰਨ ਲਈ ਪੰਜਾਬ ਨੂੰ ਬਰਬਾਦ ਕਰਨ ਲਈ ਕੀ ਉੱਥੇ ਸਕੀਮਾਂ ਘੜੀਆਂ ਹੈ ਕੀ ਉਹਨਾਂ ਦੇ ਮਨਸੂਬੇ ਸੀ ਉੱਥੇ। ਇਹ ਸਾਰੀਆਂ ਗੱਲਾਂ ਹੈ ਜਿਹੜੀਆਂ ਮੈਂ ਇਹਦੇ ਗੱਲ ਤੇ ਇਲੈਕਸ਼ਨ ਕਮਿਸ਼ਨ ਨੂੰ ਵੀ ਤੇ ਹੋਮ ਮਿਨਿਸਟਰੀ ਨੂੰ ਵੀ ਇਹਦੇ ਬਾਰੇ ਚਿੱਠੀ ਲਿਖੂੰਗਾ ਵੀ ਕਿਵੇਂ ਉਸੇ ਦਿਨ ਇਹ ਚੀਜ਼ਾਂ ਹੋ ਗਈਆਂ ਤੇ ਕਿਸ ਤਰੀਕੇ ਨਾਲ ਉਹਨਾਂ ਦਾ ਮੇਲ ਕਰਾਇਆ ਗਿਆ। ਉੱਥੇ ਦੇ ਪ੍ਰਬੰਧਕਾਂ ਨੇ ਇਹ ਕਿਹਾ ਵੀ ਉਹ ਬਾਈ ਚਾਂਸ ਉੱਧਰੋਂ ਜਿਹੜੇ ਆ ਰਾਜੋਆਣਾ ਜਿਹੜੇ ਨੇ ਉਹ ਆ ਗਏ ਤੇ ਉਦੋਂ SP ਦੇ ਕਮਰੇ 'ਚ ਇਹ ਕਿਵੇਂ ਐ ਸਕਦਾ ਵੀ ਖੁੱਲ੍ਹੇਆਮ ਇਹ ਹੋ ਸਕਦਾ ਵੀ ਇੱਕ ਪਾਸੇ ਜਿਹੜਾ ਪ੍ਰਧਾਨ ਅਕਾਲੀ ਦਲ ਦਾ ਬੈਠਾ ਹੋਵੇ ਜੇਲ੍ਹ 'ਚ ਤੇ ਉਹ ਜੇਲ੍ਹ ਜਿਹੜੀ ਆ ਸਭ ਤੋਂ ਸਖਤ ਜੇਲ੍ਹ ਹੋਵੇ ਉਹਦੇ ਵਿੱਚ ਰਾਜੋਆਣਾ ਆ ਕੇ ਉਹਨਾਂ ਨੂੰ ਮਿਲ ਰਹੇ ਆ। ਇਹ ਮਨਸੂਬੇ ਕੀ ਨੇ ਦੇਸ਼ ਨੂੰ ਤਬਾਹ ਕਰਨ ਦੇ, ਇਹਦੇ ਪਿੱਛੇ ਬੜੀ ਵੱਡੀ ਗੱਲ ਹੈ। ਜਿੱਥੇ ਤੱਕ ਭੁੱਲਰ ਸਾਹਿਬ ਦੀ ਗੱਲ ਕੀਤੀ ਆ, ਭੁੱਲਰ ਸਾਹਿਬ ਦਾ ਕੇਸ ਬੜਾ ਚਿਰ ਦਾ ਚੱਲ ਰਿਹਾ ਸੀ ਤੇ ਉਹ ਆਪਣੀ ਸਜ਼ਾ ਹੈ ਜਿਹੜੀ ਪੂਰੀ ਕਰ ਚੁੱਕੇ ਨੇ। ਉਹਨਾਂ ਨੂੰ ਕੋਈ ਕਿਸੇ ਨੇ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਸੀ। ਉਹਨਾਂ ਨੂੰ ਜਿੰਨੀ ਵੀ ਸਜ਼ਾ ਸੀ ਉਹ ਪੂਰੀ ਕਰ ਚੁੱਕੇ ਆ। ਉਹਦੇ ਵਿੱਚ ਬੜੀਆਂ ਅੜਚਣਾਂ ਸੀਗੀਆਂ ਜਿਹੜੀਆਂ ਆਈਆਂ, ਮੈਂਟਲੀ ਤੌਰ 'ਤੇ ਉਹ ਠੀਕ ਨਹੀਂ ਗਏ। ਇਸ ਕਰਕੇ ਉਹਦੇ ਵਿੱਚ ਮੈਂ ਬਿਲਕੁਲ ਸਹਿਮਤ ਹਾਂ। ਚਾਹੇ ਕਿਸੇ ਵੀ ਪਾਰਟੀ ਨੇ ਉਹਨਾਂ ਦੀ ਮਦਦ ਕੀਤੀ ਆ, ਕਿਸੇ ਵੀ ਲੀਡਰ ਨੇ ਮਦਦ ਕੀਤੀ ਆ, ਉਹ ਜਲਦੀ ਤੋਂ ਜਲਦੀ ਰਿਹਾ ਹੋਣੇ ਚਾਹੀਦੇ ਆ ਕਿਉਂਕਿ ਜਿੰਨੀ ਉਹਨਾਂ ਦੀ ਸਜ਼ਾ ਸੀ ਉਦੋਂ ਵੱਧ ਕਿਤੇ ਉਹ ਪੂਰੀ ਕਰ ਚੁੱਕੇ ਆ ਤੇ ਉਹਨਾਂ ਦਾ ਮਾਨਸਿਕ ਜਿਹੜਾ ਜੇ ਕਹੀਏ ਉਹ ਤੰਦਰੁਸਤ ਨਹੀਂ ਗੇ ਤੇ ਇਸ ਕਰਕੇ ਉਹ ਬਾਹਰ ਆਉਣਗੇ ਤੇ ਜ਼ਰੂਰ ਮੈਂ ਸਮਝਦਾ ਉਹਨਾਂ ਦੇ ਪਰਿਵਾਰ ਲਈ ਤੇ ਉਹਨਾਂ ਚਾਹਣ ਵਾਲਿਆਂ ਲਈ ਇਹ ਚੰਗੀ ਗੱਲ। उधर भाई दविंदरपाल सिंह की रिहाई के मामले नूं लैके मनजिंदर सिंह सिरसा ने भी अरविंद केजरीवाल की दिल्ली सरकार के उपर तिखा सियासी निशाना सेधिया है। मनजिंदर सिंह सिरसा ने कहा है कि अरविंद केजरीवाल जानबुझ के ही भाई दविंदरपाल भुल्लर की रिहाई के काम दे विच रोड़ा अटका रहे हैं। उन्होंने कहा कि केंद्र सरकार रिहाई के हुक्म दे चुकी है पर दिल्ली सरकार द्वारा हुक्म लागू नहीं किए जा रहे। सिरसा ने इस मामले नूं लैके सुप्रीम कोर्ट जाण दी चेतावनी भी दिती है। दिल्ली की सरकार अरविंद केजरीवाल की सरकार ने अज फिर दविंदरपाल सिंह भुल्लर जिसनूं केंद्र की सरकार देश के प्रधानमंत्री नरेंद्र मोदी जी वालों 2019 11/10/2019 ਨੂੰ गुरु नानक देव पातशाह जी के प्रकाश पुरब उत्ते लैके आ 2 नंबर ते नाम आ दविंदरपाल भुल्लर ਨੂੰ ਛੱਡਣ ਦਾ ਕਿਹਾ ਕਿ ਇਸ ਨੂੰ ਦਵਿੰਦਰਪਾਲ ਸਿੰਘ ਭੁੱਲਰ son of ਬਲਵੰਤ ਸਿੰਘ ਉਮਰ 55 ਸਾਲ ਬਠਿੰਡਾ ਛੱਡਣ ਦਾ ਆਰਡਰ ਪਾਸ ਕੀਤਾ। ਪਿਛਲੇ 2 ਸਾਲਾਂ ਤੋਂ ਕਹਿਣ ਦੇ ਬਾਵਜੂਦ ਅੱਜ ਇਹ ਵੀ ਦਵਿੰਦਰਪਾਲ ਸਿੰਘ ਭੁੱਲਰ ਜੇਲ੍ਹ 'ਚ ਨੇ ਔਰ ਅੱਜ ਫਿਰ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੇ ਵਾਸਤੇ ਸੈਂਟੈਂਸ ਰਿਵਿਊ ਬੋਰਡ ਬੈਠਾ। ਦਿੱਲੀ ਸਰਕਾਰ ਨੇ ਕੇਵਲ ਇੱਕ ਕੰਮ ਕਰਨਾ ਸੀ ਕਿ ਜੋ ਕੇਂਦਰ ਸਰਕਾਰ ਨੇ ਆਰਡਰ ਪਾਸ ਕੀਤਾ ਉਹਨੂੰ ਲਾਗੂ ਕਰਕੇ ਜੇਲ੍ਹ 'ਚੋਂ ਬਾਹਰ ਕੱਢਣਾ ਸੀ ਪਰ ਕੱਢਣ ਨੂੰ ਤਿਆਰ ਨਹੀਂ ਹੈਗੇ। ਅਰਵਿੰਦ ਕੇਜਰੀਵਾਲ ਇੱਥੇ ਹੁਣ ਬੇਈਮਾਨੀ ਕਰ ਰਿਹਾ, ਬੋਲ ਕੇ ਗਿਆ ਪੰਜਾਬ ਦੇ ਲੋਕਾਂ ਨੂੰ और ਉਹਦੇ ਬਾਵਜੂਦ ਇਹ ਮਕਾਰ ਇਨਸਾਨ ਫਿਰ ਮੁਕਰ ਗਿਆ, ਇਹ ਬੇਈਮਾਨ ਇਨਸਾਨ ਫਿਰ ਮੁਕਰ ਗਿਆ। ਮੈਂ ਤੁਹਾਨੂੰ ਜ਼ਰੂਰ ਬੇਨਤੀ ਕਰਨਾ ਚਾਹੁੰਦਾ ਔਰ ਮੈਂ ਸਿੰਘ ਸਾਹਿਬਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਤੁਸੀਂ ਇਹਦੇ 'ਤੇ ਸੰਗਿਆਨ ਲਓ। ਪੰਜਾਬੀ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ, ਦੁਨੀਆ ਭਰ 'ਚ ਵਸਦੇ ਹਨ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਔਰ ਮੈਂ ਤੁਹਾਨੂੰ ਇਹ ਵੀ ਵਿਸ਼ਵਾਸ ਦਿਵਾਉਣਾ ਇਸ ਇਨਸਾਨ ਨੇ ਤਾਂ ਆਪਣਾ ਰੰਗ ਦਿਖਾ ਦਿੱਤਾ। ਦਵਿੰਦਰਪਾਲ ਭੁੱਲਰ ਰਿਹਾ ਹੋਊਗਾ, ਸੁਪਰੀਮ ਕੋਰਟ 'ਚ ਜਾਵਾਂਗੇ और देश ਦੇ ਸਰਕਾਰ ਦੇ ਵੱਲੋਂ ਸੰਵਿਧਾਨ ਦੇ ਤਹਿਤ ਛੱਡੇ ਹੋਏ ਦਵਿੰਦਰਪਾਲ ਸਿੰਘ ਭੁੱਲਰ ਨੂੰ ਜੇਲ੍ਹ 'ਚੋਂ ਬਾਹਰ ਲੈ ਕੇ ਆਵਾਂਗੇ। ਕੋਈ ਰੋਕ ਨਹੀਂ ਸਕਦਾ, ਤੁਹਾਨੂੰ ਕਰਕੇ ਦਿਖਾਵਾਂਗੇ। ਪਰ ਇਹ ਬੇਈਮਾਨ ਔਰ ਮਕਾਰ ਆਦਮੀ ਦੀ ਮਕਾਰੀ ਅੱਜ ਅਰਵਿੰਦ ਕੇਜਰੀਵਾਲ ਦੀ ਤੁਹਾਡੇ ਸਾਹਮਣੇ ਆ, ਇਹ ਜਵਾਬ ਤੁਸੀਂ ਦੇਣਾ ਹੁਣ। ਪੰਜਾਬ ਦੇ ਵਿੱਚ ਸਿਆਸਤ ਨੂੰ ਲੈ ਕੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਅੰਕੜਿਆਂ ਦਾ ਪੜਤਾਲ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੀ ਵਾਰ ਜਿਨ੍ਹਾਂ ਸੀਟਾਂ ਤੇ
ਬਹੁਤ ਸਾਰੇ ਉਮੀਦਵਾਰ ਵੱਡੇ ਮਾਰਜਨ ਦੇ ਨਾਲ ਜਿੱਤੇ ਸਨ। ਉਹਨਾਂ ਸੀਟਾਂ ਤੇ ਵੀ ਇਸ ਵਾਰ ਫਸਵਾਂ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਸੋ ਇਸ ਬਾਬਤ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਦੇ ਨਾਲ। ਡੱਲਾ ਸਾਹਿਬ, ਕਿਵੇਂ ਦੇਖਦੇ ਹੋ ਪਿਛਲੀ ਵਾਰ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜੀਆਂ ਸੀਟਾਂ ਦੇ ਉੱਪਰ ਸਿਆਸੀ ਆਗੂ ਵੱਡੇ ਮਾਰਜਨ ਦੇ ਨਾਲ ਜਿੱਤੇ ਸਨ, ਇਸ ਵਾਰ ਉਹਨਾਂ ਸੀਟਾਂ ਦੇ ਉੱਪਰ ਵੀ ਤਕੜੀ ਸਿਆਸੀ ਟੱਕਰ ਦੇਖਣ ਨੂੰ ਮਿਲ ਰਹੀ ਹੈ, ਕਿਵੇਂ ਦੇਖਦੇ ਹੋ? ਦੇਖੋ, ਪਹਿਲਾਂ ਤਾਂ ਸਾਨੂੰ ਇਹ ਗੱਲ ਸਮਝਣੀ ਪਏਗੀ ਕਿ ਕੋਈ ਵੀ ਜਿਹੜਾ ਰਿਪਰੈਜ਼ੈਂਟੇਟਿਵ ਹੈ, ਜਨ ਪ੍ਰਤੀਨਿਧੀ ਹੈ, ਉਹ ਇੱਕੋ ਅਹੁਦੇ ਤੇ ਰਹਿ ਸਕਦਾ ਹੈ। ਜਾਂ ਤਾਂ ਉਹ ਵਿਧਾਇਕ ਬਣ ਸਕਦਾ ਹੈ ਜਾਂ ਮੈਂਬਰ ਪਾਰਲੀਮੈਂਟ ਬਣ ਸਕਦਾ ਹੈ। ਔਰ ਇਸ ਵਕਤ ਜਿਹੜੀਆਂ ਜਿੱਥੇ 10 ਮਾਰਚ ਤੋਂ ਬਾਅਦ 6 ਮਹੀਨਿਆਂ ਦੇ ਵਿੱਚ ਚੋਣਾਂ ਪੈਣੀਆਂ ਲਾਜ਼ਮੀ ਹੋ ਸਕਦੀਆਂ ਨੇ, ਵੋਟਾਂ ਪੈਣੀਆਂ ਲਾਜ਼ਮੀ ਹੋ ਸਕਦੀਆਂ ਨੇ, ਉੱਥੇ 3 ਵੱਡੇ ਪੋਲੀਟੀਕਲ ਲੀਡਰ ਮੁੱਖ ਰੂਪ 'ਚ ਪੰਜਾਬ ਦੇ ਆਉਂਦੇ ਆ। ਸਾਨੂੰ ਸਾਰਿਆਂ ਨੂੰ ਪਤਾ ਹੈ ਭਗਵੰਤ ਮਾਨ ਧੂਰੀ ਤੋਂ ਚੋਣ ਲੜ ਰਹੇ ਨੇ ਵਿਧਾਨ ਸਭਾ ਦੀ। ਭਗਵੰਤ ਮਾਨ ਮੈਂਬਰ ਪਾਰਲੀਮੈਂਟ ਨੇ ਸੰਗਰੂਰ ਦੇ। ਹੁਣ ਅਗਰ ਭਗਵੰਤ ਮਾਨ ਜਿੱਤਦੇ ਨੇ ਤੇ ਫਿਰ ਭਗਵੰਤ ਮਾਨ ਕੋਲੇ ਇਹ ਆਪਸ਼ਨ ਹੋਏਗੀ ਕਿ ਕੀ ਉਹ ਮੈਂਬਰ ਪਾਰਲੀਮੈਂਟ ਹੀ ਬਣੇ ਰਹਿਣਾ ਚਾਹੁੰਦੇ ਨੇ ਜਾਂ ਉਹ ਵਿਧਾਇਕ ਹੀ ਬਣੇ ਰਹਿਣਾ ਚਾਹੁੰਦੇ ਨੇ। ਉਹਨਾਂ ਨੂੰ ਦੋਨਾਂ ਦੇ ਵਿੱਚੋਂ ਇੱਕ ਸੀਟ ਛੱਡਣੀ ਪਏਗੀ। ਔਰ ਅਗਰ ਭਗਵੰਤ ਮਾਨ ਵਿਧਾਨ ਸਭਾ ਦੀ ਸੀਟ ਜਿੱਤਦੇ ਨੇ, ਕਿਉਂਕਿ ਉਹ ਮੁੱਖ ਮੰਤਰੀ ਦੇ ਚਿਹਰੇ ਨੇ, ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਲੋਕ ਸਭਾ ਦੀ ਸੀਟ ਛੱਡਣੀ ਪੈਣੀ ਹੈ। ਅਗਰ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਬਣਦੀ ਹੋਈ ਤੇ ਭਗਵੰਤ ਮਾਨ MLA ਜਿੱਤ ਗਏ, ਫਿਰ ਹੋ ਸਕਦਾ ਹੈ ਕਿ ਉਹ ਤੈਅ ਕਰਨ ਵੀ ਮੈਂ MLA ਰਹਿਣਾ ਹੈ ਜਾਂ ਲੋਕ ਸਭਾ ਦੇ ਵਿੱਚ ਰਹਿਣਾ ਹੈ। ਪਰ ਜੇ ਸਰਕਾਰ ਆਮ ਆਦਮੀ ਪਾਰਟੀ ਦੀ ਬਣਦੀ ਹੋਈ ਜਾਂ ਗੱਠਜੋੜ 'ਚ ਬਣਦੀ ਹੋਈ ਜਾਂ ਨੇੜੇ ਤੇੜੇ ਦੀ ਗੱਲ ਹੋਈ, ਕਿਉਂਕਿ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਗਿਆ, ਉਹ ਵਿਧਾਇਕ ਦੇ ਤੌਰ 'ਤੇ ਹੀ ਮੁੱਖ ਮੰਤਰੀ ਦਾ ਚਿਹਰਾ ਨੇ ਤੇ ਵਿਧਾਇਕ ਹੀ ਮੁੱਖ ਮੰਤਰੀ ਬਣ ਸਕਦਾ ਹੈ। ਹੋ ਸਕਦਾ ਫਿਰ ਉਹ ਲੋਕ ਸਭਾ ਦੀ ਸੀਟ ਛੱਡਣ ਜੇ ਉਹ ਜਿੱਤਦੇ ਨੇ। ਅਜਿਹੇ ਦੇ ਵਿੱਚ ਇੱਕ ਸੀਟ ਖਾਲੀ ਹੋਣੀ ਤੈਅ ਹੈ। ਜੇ ਭਗਵੰਤ ਮਾਨ ਵਿਧਾਇਕੀ ਦੀ ਸੀਟ ਨਹੀਂ ਛੱਡਦੇ ਤਾਂ ਲੋਕ ਸਭਾ ਤੋਂ ਅਸਤੀਫਾ ਦੇਣਾ ਪੈਣਾ। ਜੇ ਲੋਕ ਸਭਾ ਦੀ ਸੀਟ ਨਹੀਂ ਛੱਡਦੇ ਤਾਂ ਵਿਧਾਇਕੀ ਤੋਂ ਅਸਤੀਫਾ ਦੇਣਾ ਪੈਂਦਾ। ਹਾਂ, ਅਗਰ ਭਗਵੰਤ ਮਾਨ ਹਾਰ ਜਾਂਦੇ ਨੇ ਫਿਰ ਉਹਨਾਂ ਨੂੰ ਲੋਕ ਸਭਾ ਦੀ ਜਿਹੜੀ ਸੀਟ ਹੈ ਉਹ ਨਹੀਂ ਛੱਡਣੀ ਪੈਣੀ। ਫਿਰ ਇਹ ਨਿਰਭਰ ਕਰਦਾ ਹੈ ਕਿ ਰਿਜ਼ਲਟ ਕਿਹੋ ਜਿਹਾ ਆਉਂਦਾ ਹੈ। ਜਿੱਤਣ ਦੀ ਸੂਰਤ 'ਚ ਉਹਨਾਂ ਨੂੰ ਇੱਕ ਥਾਂ ਵਿਹਲੀ ਕਰਨੀ ਪਵੇਗੀ ਔਰ ਇਲੈਕਸ਼ਨ ਕਮਿਸ਼ਨ ਹਦਾਇਤਾਂ ਮੁਤਾਬਕ, ਰੂਲਸ ਮੁਤਾਬਕ 6 ਮਹੀਨੇ ਦੇ ਵਿੱਚ ਉੱਥੇ ਵੋਟਾਂ ਦੁਬਾਰਾ ਕਰਾਉਣੀਆਂ ਹੁੰਦੀਆਂ। ਦੂਜੀ ਸੀਟ ਹੈ ਸੁਖਬੀਰ ਸਿੰਘ ਬਾਦਲ ਦੀ, ਜਗਦੀਸ਼ ਜੀ। ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਨੇ ਔਰ ਜਲਾਲਾਬਾਦ ਤੋਂ ਉਹ MLA ਦੀ ਚੋਣ ਲੜ ਰਹੇ ਨੇ। ਹੁਣ ਅਗਰ ਜਲਾਲਾਬਾਦ ਤੋਂ ਸੁਖਬੀਰ ਬਾਦਲ ਜਿੱਤ ਜਾਂਦੇ ਨੇ ਤੇ ਉਹਨਾਂ ਨੂੰ ਵੀ ਤੈਅ ਕਰਨਾ ਪਏਗਾ ਕਿ ਕੀ ਉਹਨਾਂ ਨੇ ਵਿਧਾਇਕ ਰਹਿਣਾ ਹੈ ਜਾਂ ਉਹਨਾਂ ਨੇ ਮੈਂਬਰ ਪਾਰਲੀਮੈਂਟ ਰਹਿਣਾ ਹੈ। ਫਿਰ ਉਹਨਾਂ ਨੂੰ ਇੱਕ ਸੀਟ ਕੋਲੇ ਰੱਖਣੀ ਪੈਣੀ, ਇੱਕ ਸੀਟ ਤੋਂ ਅਸਤੀਫਾ ਦੇਣਾ ਪੈਣਾ। ਜੇ ਸੁਖਬੀਰ ਬਾਦਲ ਵਿਧਾਇਕ ਬਣੇ ਰਹਿਣਾ ਚਾਹੁਣਗੇ ਤਾਂ ਫਿਰ ਉਹਨਾਂ ਨੂੰ ਲੋਕ ਸਭਾ ਤੋਂ ਅਸਤੀਫਾ ਦੇਣਾ ਪੈਣਾ। ਪਰ ਫਿਰ ਗੱਲ ਉਹੀ ਹੈ, ਅਗਰ ਸੁਖਬੀਰ ਬਾਦਲ ਹਾਰ ਜਾਂਦੇ ਨੇ ਫਿਰ ਉਹਨਾਂ ਨੂੰ ਅਸਤੀਫਾ ਦੇਣ ਦੀ ਜ਼ਰੂਰਤ ਨਹੀਂ ਹੈ, ਫਿਰ ਉਹ ਮੈਂਬਰ ਪਾਰਲੀਮੈਂਟ ਬਣੇ ਰਹਿ ਸਕਦੇ ਨੇ। ਪਰ ਜਲਾਲਾਬਾਦ ਤੋਂ ਅਗਰ ਉਹ ਜਿੱਤਦੇ ਨੇ ਤੇ ਫਿਰ ਉਹਨਾਂ ਨੂੰ ਇੱਕ ਸੀਟ ਛੱਡਣੀ ਪਏਗੀ। ਅਗਰ ਉਹ ਵਿਧਾਇਕ ਦੀ ਸੀਟ ਛੱਡਦੇ ਨੇ ਤੇ ਫਿਰ ਜ਼ਿਮਨੀ ਚੋਣ 6 ਮਹੀਨਿਆਂ 'ਚ ਵਿਧਾਇਕ ਦੀ, ਅਗਰ MP ਦੀ ਸੀਟ ਛੱਡਦੇ ਨੇ ਤਾਂ 6 ਮਹੀਨਿਆਂ ਦੇ ਵਿੱਚ MP ਦੀ ਚੋਣ ਹੋਏਗੀ। ਔਰ ਇੱਕ ਹੋਰ ਬੜੀ ਦਿਲਚਸਪ ਸੀਟ ਹੈ, ਉਹ ਹੈ ਚਰਨਜੀਤ ਚੰਨੀ ਹੋਣਾ ਦੀ। ਦੇਖੋ, ਚਰਨਜੀਤ ਚੰਨੀ 2 ਸੀਟਾਂ ਤੋਂ ਲੜ ਰਹੇ ਨੇ। ਚਰਨਜੀਤ ਚੰਨੀ 2 ਸੀਟਾਂ ਤੋਂ ਲੜ ਰਹੇ ਨੇ। ਅਗਰ ਉਹ ਦੋਵੇਂ ਸੀਟਾਂ ਜਿੱਤ ਜਾਂਦੇ ਨੇ ਤਾਂ ਇੱਕ ਸੀਟ ਉਹਨਾਂ ਨੂੰ ਛੱਡਣੀ ਪਏਗੀ, ਅਸਤੀਫਾ ਦੇਣਾ ਪੈਣਾ ਹੈ। ਅਜਿਹੀ ਸੂਰਤ ਦੇ ਵਿੱਚ ਕੀ ਉਹ ਭਦੌੜ ਤੋਂ ਅਸਤੀਫਾ ਦਿੰਦੇ ਨੇ ਜਾਂ ਚਮਕੌਰ ਸਾਹਿਬ ਤੋਂ ਅਸਤੀਫਾ ਦਿੰਦੇ ਨੇ, ਇੱਕ ਸੀਟ ਵਿਹਲੀ ਹੋਏਗੀ। ਅਗਰ ਚਰਨਜੀਤ ਚੰਨੀ ਇੱਕੋ ਸੀਟ ਤੋਂ ਜਿੱਤਦੇ ਨੇ ਫਿਰ ਕੋਈ ਰੌਲਾ ਨਹੀਂ ਹੈ, ਫਿਰ ਜਿਹੜੀ ਹੈ ਇਹਦੇ 'ਤੇ ਕੋਈ ਦੁਬਾਰਾ ਚੋਣ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਸੋ ਇਸ ਕਰਕੇ 3 ਸੀਟਾਂ ਨੇ, ਕਿਉਂਕਿ ਚਰਨਜੀਤ ਚੰਨੀ 2 ਸੀਟਾਂ ਤੋਂ ਲੜੇ ਨੇ, ਹੋਰ ਕੋਈ ਵੀ ਉਮੀਦਵਾਰ 2 ਸੀਟਾਂ ਤੋਂ ਨਹੀਂ ਲੜਿਆ। ਕਿਸੇ ਵੀ ਪਾਰਟੀ ਦਾ ਹੋਰ ਕੋਈ ਵੀ ਉਮੀਦਵਾਰ 2 ਸੀਟਾਂ ਤੋਂ ਨਹੀਂ ਲੜਿਆ। ਬਿਕਰਮ ਮਜੀਠੀਆ ਨੇ ਕਾਗਜ਼ 2 ਸੀਟਾਂ ਤੋਂ ਭਰੇ ਸੀ, ਪਹਿਲਾਂ ਮਜੀਠਾ ਤੋਂ ਅਤੇ ਨਾਲ ਅੰਮ੍ਰਿਤਸਰ ਈਸਟ ਤੋਂ, ਪਰ ਬਾਅਦ ਵਿੱਚ ਉਹ ਸਿਰਫ ਅੰਮ੍ਰਿਤਸਰ ਈਸਟ 'ਚ ਆ ਗਏ। ਦੂਸਰੀ ਸੀਟ ਉਹਨਾਂ ਨੇ ਆਪਣੀ ਧਰਮ ਪਤਨੀ ਲਈ ਛੱਡਤੀ। ਨਹੀਂ ਤਾਂ ਮਜੀਠਾ ਹਲਕਾ 'ਚ ਵੀ ਸਥਿਤੀ ਇਹੀ ਬਣਨੀ ਸੀ ਅਗਰ ਬਿਕਰਮ ਮਜੀਠਾ 2 ਹਲਕਿਆਂ ਤੋਂ ਲੜੇ ਹੁੰਦੇ। ਸੋ ਹੁਣ ਕੁੱਲ ਮਿਲਾ ਕੇ ਭਗਵੰਤ ਮਾਨ ਤੇ ਸੁਖਬੀਰ ਬਾਦਲ ਦੀ ਸੀਟ ਅਜਿਹੀ ਹੈ, ਅਗਰ ਇਹ ਜਿੱਤਦੇ ਨੇ ਤਾਂ ਇੱਕ ਸੀਟ ਇਹਨਾਂ ਨੂੰ ਛੱਡਣੀ ਪਏਗੀ, ਜਾਂ ਵਿਧਾਇਕ ਦੀ ਜਾਂ MP ਦੀ, ਤੇ ਫਿਰ ਉੱਥੇ ਦੁਬਾਰਾ ਚੋਣਾਂ 6 ਮਹੀਨਿਆਂ 'ਚ ਹੋਣਗੀਆਂ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਨਿਯਮਾਂ ਦੇ ਵਿੱਚ ਬਦਲਾਅ ਕਰਨ ਨੂੰ ਲੈ ਕੇ ਕੇਂਦਰ ਸਰਕਾਰ ਉੱਪਰ ਲਗਾਤਾਰ ਸਿਆਸੀ ਨਿਸ਼ਾਨੇ ਸਾਧੇ ਜਾ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਵੀ ਕੇਂਦਰ ਸਰਕਾਰ ਦੇ ਉੱਪਰ ਵੱਡੇ ਸਵਾਲ ਖੜੇ ਕੀਤੇ ਨੇ। ਉਹਨਾਂ ਕਿਹਾ ਕਿ ਕੇਂਦਰ ਵੱਲੋਂ ਲਗਾਤਾਰ
ਦੇਸ਼ ਦੇ ਸੰਘੀ ਢਾਂਚੇ ਦੇ ਉੱਪਰ ਹਮਲੇ ਕੀਤੇ ਜਾ ਰਹੇ ਨੇ। ਕੇਂਦਰ ਸਰਕਾਰ ਦਾ ਜਿਹੜਾ ਬੀਬੀਐਮਬੀ ਦੇ ਸੰਬੰਧ ਦੇ ਵਿੱਚ ਫੈਸਲਾ ਹੈ, ਇਹ ਬਿਲਕੁਲ ਫੈਡਰਲਿਜ਼ਮ ਨੂੰ ਢਾਹ ਲਾਉਣ ਵਾਲਾ। ਪਹਿਲਾਂ ਤਾਂ ਬੀਬੀਐਮਬੀ ਤੋਂ ਕੰਟਰੋਲ ਜਿਹੜਾ ਇੱਕ ਅਮੈਂਡਮੈਂਟ ਕਰਕੇ ਉਹ ਕੇਂਦਰ ਨੇ ਸੁਰੱਖਿਆ ਦੇ ਨਾਂ 'ਤੇ ਆਪਣੇ ਕੋਲ ਲੈ ਲਿਆ, ਇਹ ਵੀ ਬਹੁਤ ਵੱਡਾ ਧੱਕਾ ਸੀ। ਉਸ ਤੋਂ ਬਾਅਦ ਹੁਣ ਜਿਹੜੀ ਨਿਯੁਕਤੀ ਕੀਤੀ ਜਾਂਦੀ ਮੈਂਬਰਾਂ ਦੀ, ਉਹਦੇ 'ਚ ਪੰਜਾਬ ਦਾ ਹੱਕ ਹੀ ਖਤਮ ਕਰ ਦਿੱਤਾ ਗਿਆ। ਸਾਰੇ ਦੇਸ਼ ਦੇ ਵਿੱਚੋਂ ਕਿਤੋਂ ਵੀ ਮੈਂਬਰ ਲੈ ਜਾ ਸਕਦੇ, ਜਦੋਂ ਕਿ ਪਹਿਲਾਂ ਹਮੇਸ਼ਾ ਪਾਵਰ ਦਾ ਜਿਹੜਾ ਮੈਂਬਰ ਹੈ ਉਹ ਪੰਜਾਬ ਦਾ ਹੁੰਦਾ, ਇਰੀਗੇਸ਼ਨ ਦਾ ਮੈਂਬਰ ਜਿਹੜਾ ਹਰਿਆਣੇ ਦਾ ਹੁੰਦਾ। ਕਿਉਂਕਿ ਸਾਡੀਆਂ ਸਟੇਟਾਂ ਦੇ ਉੱਤੇ ਜਿਹੜਾ ਇਹ ਡੈਮ ਬਣਿਆ, ਸਾਡੇ ਪਾਣੀਆਂ ਦੇ ਉੱਤੇ ਇਹ ਡੈਮ ਬਣਿਆ, ਅਸੀਂ ਆਪਣੇ ਹੱਕ ਜਿਹੜੇ ਆ ਉਹ ਕਿੱਦਾਂ ਉਹਦੀ ਨਿਗਰਾਨੀ ਕਰਾਂਗੇ। ਇਹ ਬਹੁਤ ਹੀ ਗਲਤ ਫੈਸਲਾ ਹੈ। ਸ਼੍ਰੋਮਣੀ ਅਕਾਲੀ ਦਲ ਇਹਦਾ ਡਟ ਕੇ ਵਿਰੋਧ ਕਰੇਗਾ ਔਰ ਇਹਨੂੰ ਅਸੀਂ ਕੇਂਦਰ ਸਰਕਾਰ ਕੋਲ ਵੀ ਟੇਕ ਅਪ ਕਰਾਂਗੇ। ਇਹ ਫੈਸਲਾ ਤੁਰੰਤ ਜਿਹੜਾ ਉਹ ਵਾਪਸ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮੁੱਦੇ ਨੂੰ ਲੈ ਕੇ ਸਮਾਜ ਦੇ ਵੱਖੋ ਵੱਖਰੇ ਵਰਗਾਂ ਵੱਲੋਂ ਪ੍ਰਤੀਕਰਮ ਆ ਰਹੇ ਨੇ। ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ, ਖਾਸ ਤੌਰ ਤੇ ਸਿਆਸੀ ਪਾਰਟੀਆਂ ਵੱਲੋਂ ਅਤੇ ਪੰਜਾਬ ਪੱਖੀ ਪਾਰਟੀਆਂ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਾਂਗਰਸ ਦੇ ਬੁਲਾਰੇ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ। ਉਹਨਾਂ ਕਿਹਾ ਹੈ ਕਿ ਕੇਂਦਰ ਲਗਾਤਾਰ ਸੂਬਿਆਂ ਦੇ ਅਧਿਕਾਰਾਂ ਨੂੰ ਅਣਦੇਖਾ ਕਰ ਰਿਹਾ ਹੈ। ਇਸ ਦੇ ਨਾਲ ਸਮਾਜ ਦੇ ਹਰ ਵਰਗ ਦੇ ਵਿਅਕਤੀ ਵੱਲੋਂ ਕੇਂਦਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਵੀ ਜਦੋਂ ਪੰਜਾਬ ਦਾ ਪੁਨਰਗਠਨ ਹੁੰਦਾ ਹੈ 1966 ਦੇ ਵਿੱਚ, ਉਦੋਂ ਪੰਜਾਬ ਦਾ ਬੀਬੀਐਮਬੀ ਦੇ ਵਿੱਚ ਹਿੱਸਾ ਜਿਹੜਾ ਸੀ 58% ਸੀਗਾ ਤੇ ਹਰਿਆਣੇ ਦਾ ਹਿੱਸਾ ਸੀਗਾ 42%। ਉਸ ਤੋਂ ਥੋੜ੍ਹੇ ਸਮੇਂ ਬਾਅਦ ਜਿਵੇਂ ਚੰਡੀਗੜ੍ਹ, ਹਿਮਾਚਲ, ਰਾਜਸਥਾਨ, ਉਹਨਾਂ ਨੂੰ ਪ੍ਰਪੋਰਸ਼ਨੇਟ ਹਿੱਸਾ ਮਿਲਦਾ ਰਿਹਾ ਤੇ 1966 ਤੋਂ ਬਾਅਦ ਇਹ ਤੈਅ ਹੋਇਆ ਸੀ ਵੀ ਬੀਬੀਐਮਬੀ ਦਾ ਜਿਹੜਾ ਚੇਅਰਮੈਨ ਹੋਏਗਾ ਹਰਿਆਣਾ, ਪੰਜਾਬ, ਹਿਮਾਚਲ ਔਰ ਚੰਡੀਗੜ੍ਹ, ਇਹਨਾਂ ਵਿੱਚੋਂ ਨਹੀਂ ਹੋਏਗਾ, ਕਿਸੇ ਬਾਹਰੀ ਰਾਜਾਂ ਤੋਂ ਹੋਏਗਾ। ਲੰਮਾ ਸਮਾਂ ਜਿਹੜਾ ਪੰਜਾਬੀ ਸੂਬੇ ਦੀ ਲੜਾਈ ਲੜ ਕੇ ਅਸੀਂ ਹੱਕ ਲਏ ਸੀਗੇ, ਉਹਨਾਂ ਦੇ ਉੱਤੇ ਬਹੁਤ ਵੱਡਾ ਹੁਣ ਅੱਜ ਦਾ ਜਿਹੜਾ ਸਵਾਲ ਆ ਗਿਆ। ਜੇ ਅਸੀਂ ਥੋੜ੍ਹੇ 2 ਸਾਲ ਪਿੱਛੇ ਜਾਈਏ ਤਾਂ 2018 ਦੇ ਵਿੱਚ ਕੇਂਦਰ ਸਰਕਾਰ ਨੇ ਪਹਿਲੀ ਵਾਰ ਜਿਹੜੀ ਪਿਛਲੀ ਪਰੰਪਰਾ ਸੀਗੀ, ਚੇਅਰਮੈਨ ਸੀਗਾ ਜਿਹੜਾ, ਉਹ ਹਿਮਾਚਲ ਤੋਂ ਲਾਇਆ। ਹੁਣ ਮੌਜੂਦਾ ਸਮੇਂ ਇਹਨਾਂ ਨੇ ਕੀ ਕੀਤਾ ਕਿ ਬੀਬੀਐਮਬੀ ਦੇ 2 ਮੈਂਬਰ ਹੁੰਦੇ ਸੀਗੇ। ਬਿਜਲੀ ਖੇਤਰ ਦੇ ਵਿੱਚੋਂ ਪੰਜਾਬ ਦਾ ਮੈਂਬਰ ਲਿਆ ਜਾਂਦਾ ਸੀਗਾ ਤੇ ਸਿੰਚਾਈ ਖੇਤਰ ਦੇ ਵਿੱਚੋਂ ਹਰਿਆਣੇ ਦਾ ਮੈਂਬਰ ਲਿਆ ਜਾਂਦਾ ਸੀਗਾ। ਹੁਣ ਜਿਹੜੇ ਦੋਨੋਂ ਮੈਂਬਰ ਨੇ, ਇਹ ਦੋਨਾਂ ਦੀ ਐਲੀਮੀਨੇਸ਼ਨ ਹੋ ਗਈ ਹੈ। ਮਤਲਬ ਸਿੱਧਾ ਕੇਂਦਰ ਸਰਕਾਰ ਕਿਸੇ ਵੀ ਵਿਅਕਤੀ ਨੂੰ ਜੋ ਉਹਦਾ ਹੱਥ ਠੋਕਾ ਹੋਵੇਗਾ ਜਾਂ ਕੇਂਦਰ ਸਰਕਾਰ ਦੇ ਹਿੱਤਾਂ ਦੀ ਪੂਰਤੀ ਕਰੇਗਾ ਜਾਂ ਪੰਜਾਬ ਵਿਰੋਧੀ ਹੋਵੇਗਾ, ਉਹਨੂੰ ਉਹ ਮੈਂਬਰ ਨਾਮਜ਼ਦ ਕਰ ਸਕਦੀ ਹੈ। ਇਸ ਕਰਕੇ ਜਿਹੜਾ ਸਾਡੇ ਲਈ ਹੈ ਇਹ ਬਹੁਤ ਵੱਡਾ ਸਵਾਲ ਹੈ, ਕਿਉਂਕਿ ਜਿਹੜਾ ਰਿਪੇਰੀਅਨ ਲਾਅ ਹੈ ਉਹ ਬੜਾ ਕਲੀਅਰ ਹੈ। ਉਹ ਕਹਿੰਦਾ ਜਿੱਥੇ ਪਾਣੀ ਨਿਕਲਦਾ ਵਹਿੰਦਾ ਹੈ ਤੇ ਜਿੱਥੋਂ ਨਿਕਾਸ ਹੁੰਦਾ ਹੈ ਉੱਥੇ ਉਹਨਾਂ ਦਾ ਹੀ ਹਿੱਸਾ ਹੁੰਦਾ ਹੈਗਾ। ਸਾਡਾ ਜਿਹੜਾ ਭਾਰਤ ਦੇਸ਼ ਹੈ ਇਹ ਲੋਕਤੰਤਰੀ ਦੇਸ਼ ਹੈ, ਇੱਥੇ ਡੈਮੋਕ੍ਰੇਸੀ ਹੈ। ਹਰ ਚੀਜ਼ ਦੇ ਵਿੱਚ ਕਿਤੇ ਨਾ ਕਿਤੇ ਲੋਕਾਂ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਨੁਮਾਇੰਦਗੀ ਰੱਖੀ ਗਈ ਹੈ। ਲੋਕਾਂ ਦਾ ਕਿਤੇ ਨਾ ਕਿਤੇ ਪ੍ਰਤੀਨਿਧ ਹੈ ਜਿਹੜਾ ਉਹ ਲੋਕਤੰਤਰ ਦੇ ਵਿੱਚ ਹਰ ਯੂਨਿਟ ਦੇ ਵਿੱਚ ਹੈ, ਤਾਂ ਕਿ ਲੋਕਤੰਤਰ ਜਿਹੜਾ ਜਿਉਂਦਾ ਜਾਗਦਾ ਰਹੇ। ਇਸੇ ਕੜੀ ਦੇ ਵਿੱਚ ਜਦੋਂ ਬੀਬੀਐਮਬੀ ਬਣੀ ਹੈ, ਬੋਰਡ ਬਣਿਆ, ਉਹਦੇ ਵਿੱਚ ਸਰਕਾਰ ਨੇ ਪੰਜਾਬ ਸਰਕਾਰ ਦਾ ਇੱਕ ਨੁਮਾਇੰਦਾ ਜੋ ਬਿਜਲੀ ਬੋਰਡ ਦਾ ਇਰੀਗੇਸ਼ਨ ਨੂੰ ਦੇਖੂਗਾ ਉਹਦਾ ਮੈਂਬਰ ਰੱਖਿਆ ਗਿਆ। ਇਸੇ ਤਰ੍ਹਾਂ ਹਰਿਆਣੇ ਦਾ ਰੱਖਿਆ ਗਿਆ ਜੋ ਸਿੰਚਾਈ ਨੂੰ ਇਰੀਗੇਸ਼ਨ ਨੂੰ ਦੇਖੂਗਾ। ਪਾਵਰ ਔਰ ਇਰੀਗੇਸ਼ਨ ਨੂੰ 2 ਹਿੱਸਿਆਂ 'ਚ ਵੰਡਤਾ। ਪਾਵਰ ਵਾਲਾ ਨੁਮਾਇੰਦਾ ਸਾਡੇ ਹਿੱਸੇ 'ਚ ਆ ਗਿਆ ਤੇ ਸਿੰਚਾਈ ਵਾਲਾ ਤਾਂ ਜਿਹੜਾ ਇਰੀਗੇਸ਼ਨ ਵਾਲਾ ਤਾਂ ਉਹ ਹਰਿਆਣੇ ਕੋਲ ਚਲੇ ਗਿਆ। ਹੁਣ ਕੀ ਕਰਿਆ ਕੇਂਦਰ ਸਰਕਾਰ ਨੇ, ਉਹ ਸਾਡੀ ਨੁਮਾਇੰਦਗੀ ਖਤਮ ਕਰਨ ਵਾਸਤੇ ਇੱਕ ਨਵਾਂ ਜਿਹੜਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ, ਨਵਾਂ ਨਿਯਮ ਬਣਾ ਦਿੱਤਾ। ਉਸ ਨਿਯਮ ਦੇ ਤਹਿਤ ਜਿਹੜੇ 2 ਮੈਂਬਰ, ਇੱਕ ਪੰਜਾਬ 'ਚੋਂ ਜਾਂਦਾ ਸੀ ਪਾਵਰ ਵਾਲਾ ਤੇ ਹਰਿਆਣੇ 'ਚੋਂ ਜਾਂਦਾ ਸੀ ਇਰੀਗੇਸ਼ਨ ਵਾਲਾ, ਉਹ ਚੀਜ਼ ਨੂੰ ਖਤਮ ਕਰਕੇ ਹਿੰਦੁਸਤਾਨ ਦੇ ਕਿਸੇ ਵੀ ਭਾਰਤ ਦੇ ਕੋਨੇ ਤੇ ਕੋਈ ਵੀ ਮੈਂਬਰ ਹੈ ਜਿਹੜਾ ਸਰਕਾਰ ਵੱਲੋਂ ਲਿਆ ਜਾ ਸਕਦਾ। ਇਹ ਇੱਕ ਬੜਾ ਗੰਭੀਰ ਮਾਮਲਾ ਹੈ ਜੀ। ਇਹ ਪੰਜਾਬ ਦੇ ਕੀ ਸਾਡੀਆਂ ਜਿਹੜੀਆਂ ਸੂਬਿਆਂ ਦੇ ਸਾਡੇ ਸੰਘੀ ਢਾਂਚੇ ਦੇ ਉੱਤੇ ਬੜਾ ਵੱਡਾ ਹਮਲਾ ਹੈ। ਇਸ ਹਮਲੇ ਦੇ ਨਾਲ ਸਾਡੇ ਕੋਲੋਂ ਇਹ ਜਿਹੜਾ ਟੋਟਲੀ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਬਣਾਇਆ ਤਾਂ ਉਹ ਰਖਵਾਲੀ ਵਾਸਤੇ ਸੀ, ਪਰ ਉਹ ਤੋਂ ਸਾਡਾ ਕੰਟਰੋਲ ਖੋਹ ਕੇ ਇਹ ਸੈਂਟਰ ਸਰਕਾਰ ਆਪਦੇ ਕੋਲੇ ਪੂਰਾ ਟੋਟਲ 100% ਲੈਣਾ ਚਾਹੁੰਦੀ ਹੈ, ਜਿਹਦੇ 'ਚ ਕਿ ਸਾਡੀ ਨੁਮਾਇੰਦਗੀ ਵੀ ਖਤਮ ਹੋ ਜਾਏ ਔਰ ਸਾਡੇ ਜਿਹੜੇ ਹੱਕ ਹਕੂਕ ਹੈ, ਜਦੋਂ ਸਾਡੀ ਨੁਮਾਇੰਦਗੀ ਖਤਮ ਹੋ ਸਾਡੇ ਹੱਕ ਹਕੂਕ ਵੀ ਉੱਥੇ ਖਤਮ ਹੋ ਜਾਣੇ, ਚਾਹੇ ਉਹ ਪਾਵਰ ਸੈਕਟਰ ਦੇ ਹੋਣ ਚਾਹੇ ਪਾਣੀ ਦੇ ਹੋਣ। ਉਧਰ ਪੰਜਾਬ ਕਾਂਗਰਸ ਦੇ ਐਮਪੀਜ਼ ਦੁਆਰਾ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੇ ਵਿੱਚ ਯੂਕਰੇਨ ਦੇ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਭਾਰਤ ਲਿਆਉਣ ਬਾਬਤ ਗੱਲਬਾਤ ਕੀਤੀ ਗਈ। ਇਸ ਮੌਕੇ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਐਮਪੀ ਮਨੀਸ਼ ਤਿਵਾਰੀ ਨੇ ਕਿਹਾ ਹੈ ਕਿ ਉਹ ਇਸ ਬਾਬਤ ਵਿਦੇਸ਼ ਮੰਤਰੀ ਦੇ ਨਾਲ ਮੁਲਾਕਾਤ ਕਰਨਗੇ ਤਾਂ ਜੋ
ਯੂਕਰੇਨ ਦੇ ਵਿੱਚ ਫਸੇ ਭਾਰਤੀ ਅਤੇ ਪੰਜਾਬੀ ਵਿਦਿਆਰਥੀਆਂ ਨੂੰ ਜਲਦ ਤੋਂ ਜਲਦ ਸੁਰੱਖਿਅਤ ਦੇਸ਼ ਵਾਪਸ ਲਿਆਂਦਾ ਜਾ ਸਕੇ। ਅਸੀਂ ਵਿਦੇਸ਼ ਮੰਤਰੀ ਤੋਂ ਸਮਾਂ ਮੰਗਿਆ ਹੈਗਾ ਔਰ ਸਾਡੀ ਇਹ ਚਿੰਤਾ ਹੈ ਕਿ ਜਿਹੜੇ ਬੱਚੇ ਖਾਸ ਕਰ ਈਸਟਰਨ ਯੂਕਰਾਈਨ 'ਚ ਫਸੇ ਹੋਏ ਨੇ, ਜਿਹੜੇ ਵੈਸਟਰਨ ਬਾਰਡਰ ਤੱਕ ਪਹੁੰਚ ਨਹੀਂ ਸਕਦੇ, ਉਹਨਾਂ ਵਾਸਤੇ ਕੋਈ ਨਾ ਕੋਈ ਪੁਖਤਾ ਇੰਤਜ਼ਾਮ ਕੀਤੇ ਜਾ। ਅੱਜ ਸਵੇਰੇ ਅਖਬਾਰ 'ਚ ਲਿਖਿਆ ਸੀਗਾ ਕਿ ਸ਼ਾਇਦ ਹਿੰਦੁਸਤਾਨ ਦੇ ਕੁਝ ਪ੍ਰਤੀਨਿਧੀ ਰੋਡਨਿਵ ਗਏ ਨੇ ਔਰ ਜਿਹੜੇ ਕਾਰਕਿਵ ਬੱਚੇ ਫਸੇ ਹੋਏ ਨੇ ਉਹਨਾਂ ਨੂੰ ਕੱਢਣ ਵਾਸਤੇ ਕੋਈ ਨਾ ਕੋਈ ਉਪਾਅ ਕਰ ਰਹੇ ਨੇ। ਸਾਡੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨਾਲ ਇਹ ਅਪੀਲ ਹੈਗੀ ਹੈ ਕਿ ਉਹ ਪ੍ਰੈਜ਼ੀਡੈਂਟ ਪੁਟਿਨ ਨਾਲ ਗੱਲ ਕਰਕੇ ਜਿਹੜੀ ਰਸ਼ੀਅਨ ਫਰੰਟ ਲਾਈਨਸ ਦੇ ਥਰੂ ਕੋਈ ਨਾ ਕੋਈ ਰਾਹ ਇਹੋ ਜਿਹਾ ਬਣਾਉਣ ਕਿ ਬੱਚਿਆਂ ਨੂੰ ਕੱਢ ਕੇ ਰੋਡਨਿਵ ਲਿਆਇਆ ਜਾਵੇ ਔਰ ਉਹਨਾਂ ਨੂੰ ਉੱਥੋਂ ਇਵੈਕੂਏਟ ਕੀਤਾ ਜਾਵੇ। ਸੋ ਉਸ ਤੋਂ ਇਲਾਵਾ ਜੇ ਅੱਜ ਡਾਕਟਰ ਜੈ ਸ਼ੰਕਰ ਸਾਨੂੰ ਟਾਈਮ ਦਿੰਦੇ ਨੇ ਤਾਂ ਅਸੀਂ ਜ਼ਰੂਰ ਜਿਹੜੀ ਆਪਣੀ ਗੱਲ ਹੈ ਉਹਨਾਂ ਦੇ ਸਾਹਮਣੇ ਜਾ ਕੇ ਰੱਖਾਂਗੇ। ਅੱਜ ਜਿਹੜੀ ਚਰਚਾ ਹੋਈ ਹੈ ਉਹ ਜਿਹੜੇ ਖੜਕੀਵ ਦੇ ਵਿੱਚ ਯੂਕਰੇਨ ਦੇ ਵਿੱਚ ਬੱਚੇ ਸਾਡੇ ਫਸੇ ਨੇ ਪੰਜਾਬ ਦੇ, ਬੜੀ ਮੁਸ਼ਕਿਲ ਹਾਲਾਤਾਂ 'ਚ ਨੇ ਔਰ ਉੱਥੇ ਯੁੱਧ ਦੀ ਸਥਿਤੀ ਹੋਰ ਗੰਭੀਰ ਹੁੰਦੀ ਜਾ ਰਹੀ ਹੈ ਔਰ ਮਾਂ-ਬਾਪ ਬੜੇ ਪਰੇਸ਼ਾਨ ਨੇ। ਇੱਕ ਸਾਡੇ ਬੱਚੇ ਦੀ ਮੌਤ ਵੀ ਹੋਈ ਹੈ ਉੱਥੇ, ਉਹਦੇ ਕਰਕੇ ਸਾਰਿਆਂ 'ਚ ਤਣਾਅ ਦਾ ਮਾਹੌਲ ਹੈ ਕਿਉਂਕਿ ਜਦੋਂ ਬੱਚੇ ਦੂਰ ਹੋਣਗੇ ਕੁਦਰਤੀ ਗੱਲ ਹੈ, ਮਾਂ-ਬਾਪ ਪਰੇਸ਼ਾਨ ਹੋਣਗੇ। ਉਹਨੂੰ ਲੈ ਕੇ ਸਾਰੇ ਮੈਂਬਰ ਪਾਰਲੀਮੈਂਟ ਨੇ ਅਸੀਂ ਆਪਸ 'ਚ ਬਹਿ ਕੇ ਚਰਚਾ ਕੀਤੀ ਹੈ ਕਿਉਂਕਿ ਵਿਦੇਸ਼ ਮੰਤਰਾਲੇ ਨੇ 3 ਦਿਨ ਤੋਂ ਟਾਈਮ ਨਹੀਂ ਦਿੱਤਾ। ਹੁਣ ਅਸੀਂ ਅੱਜ ਫਿਰ ਵਿਦੇਸ਼ ਮੰਤਰਾਲੇ ਨਾਲ ਗੱਲ ਕੀਤੀ ਹੈ ਕਿ ਤੁਸੀਂ ਸਾਨੂੰ ਟਾਈਮ ਦਿਓ। ਉਹਨਾਂ ਨੇ ਯਕੀਨ ਦਿਵਾਇਆ ਕਿ ਅੱਜ ਜਾਂ ਸਵੇਰ ਤੱਕ ਤੁਹਾਨੂੰ ਸਮੇਂ ਦਿੱਤਾ ਜਾਏਗਾ ਔਰ ਉਹ ਸਮੇਂ ਅਸੀਂ ਫਿਰ ਜਿਹੜੀ ਗੱਲਾਂ ਹੋਰ ਕਈ ਨੇ ਉਹਨਾਂ ਨਾਲ ਕਰਨ ਵਾਲੀਆਂ ਨੇ, ਜਿਵੇਂ ਬੱਚੇ ਜਿਹੜੇ ਮਾਸਕੋ ਰਾਹੀਂ ਕਿਵੇਂ ਕੱਢੇ ਜਾ ਸਕਦੇ ਆ, ਜਿਹੜਾ ਕੋਈ ਰੈੱਡ ਕਰਾਸ ਦੇ ਰਾਹੀਂ ਕੋਈ ਇਹੋ ਜਿਹਾ ਕੋਰੀਡੋਰ ਬਣਾਇਆ ਜਾਵੇ 2 ਘੰਟੇ ਵਾਸਤੇ। ਯੂਕਰੇਨ ਦੀ ਗਵਰਨਮੈਂਟ ਨਾਲ ਮਾਸਕੋ ਦੀ ਗਵਰਨਮੈਂਟ ਨਾਲ ਗੱਲ ਕਰਕੇ ਕੋਈ 4000 ਦੇ ਕਰੀਬ ਬੱਚਾ ਉੱਥੇ ਉਹ ਬੱਚਾ ਇੰਡੀਆ ਦਾ ਸੇਫ ਲੈ ਕੇ ਆਂਦਾ ਜਾਵੇ। ਪਲੱਸ ਜਿਹੜੇ ਪੋਲੈਂਡ ਦੇ ਬਾਰਡਰਾਂ ਦੇ ਉੱਤੇ ਨੇ ਉਹ ਕਿਉਂ ਪਰੇਸ਼ਾਨ ਹੋ ਰਹੇ ਨੇ, ਜਿਵੇਂ ਇਹਨਾਂ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਤੁਸੀਂ ਐਡਵਾਈਜ਼ਰੀ ਜਾਰੀ ਕਰਕੇ ਕਿ ਤੁਸੀਂ ਇੱਦਾਂ ਆਪਣਾ ਝੰਡਾ ਲਾ ਕੇ ਚੱਲੋ, ਤੁਸੀਂ ਪਹਿਲਾਂ ਰਜਿਸਟਰ ਹੋ, ਠੀਕ ਹੈ। ਜਿਹੜੇ ਕਰ ਗਏ, ਜਿਹੜੇ ਨਹੀਂ ਵੀ ਕਰ ਸਕਦੇ ਹੁਣ ਝੰਡੇ ਕਿੱਥੋਂ ਲੈ ਕੇ ਆਉਣਗੇ ਇੰਡੀਆ ਦੇ? ਇਸ ਵੇਲੇ ਜੰਗ ਦਾ ਮਾਹੌਲ ਹੈ। ਸੋ ਉਹਨਾਂ ਚੀਜ਼ਾਂ ਤੇ ਅਸੀਂ ਚਰਚਾ ਕੀਤੀ ਹੈ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਜਦੋਂ ਕੋਈ ਲੀਗਲ ਡਾਕੂਮੈਂਟ ਪਾਸਪੋਰਟ ਹੈਗਾ ਉਹਨੂੰ ਰਿਸੀਵ ਕਰੋ। ਤੇ ਉਧਰ ਯੂਕਰੇਨ ਦੇ ਵਿੱਚ ਫਸੇ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਦੀ ਸੁਰੱਖਿਅਤ ਵਤਨ ਵਾਪਸੀ ਨੂੰ ਲੈ ਕੇ ਲਗਾਤਾਰ ਵੱਖੋ ਵੱਖਰੀਆਂ ਧਾਰਮਿਕ ਜਗ੍ਹਾ ਤੇ ਵੀ ਲੋਕਾਂ ਵੱਲੋਂ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ। ਦਿੱਲੀ ਵਿਖੇ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਅਰਦਾਸ ਬੇਨਤੀ ਕੀਤੀ ਗਈ ਕਿ ਭਾਰਤੀ ਵਿਦਿਆਰਥੀ ਸੁਰੱਖਿਅਤ ਆਪਣੇ ਦੇਸ਼ ਵਾਪਸ ਪਰਤ ਆਉਣ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰਸੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ। ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਹੈ। ਅੱਜ ਸ਼੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋਈ ਹੈ। ਯੂਕਰੇਨ ਦੇ ਵਿੱਚ ਜੋ ਇਸ ਸਮੇਂ ਯੁੱਧ ਚੱਲ ਰਿਹਾ ਹੈ ਉਸ ਦੇ ਉਪਲਕਸ਼ ਦੇ ਵਿੱਚ ਜੋ ਉੱਥੇ ਭਾਰਤ ਦੇ ਲੋਕ, ਪੰਜਾਬ ਦੇ ਲੋਕ, ਪੰਜਾਬੀ ਫਸੇ ਹੋਏ ਨੇ, ਜਿਹੜੇ ਵਿਦਿਆਰਥੀ ਉੱਥੇ ਪੜ੍ਹਨ ਵਾਸਤੇ ਗਏ ਸਨ ਉਹ ਉੱਥੇ ਜਿਹੜੇ ਅਜੇ ਵਾਪਸ ਨਹੀਂ ਪਰਤ ਸਕੇ, ਉੱਥੇ ਉਹ ਸਹਿਮੇ ਹੋਏ ਆ। ਉਹਨਾਂ ਦੀ ਸਹੀ ਸਲਾਮਤੀ ਲਈ, ਉਹਨਾਂ ਪਰਿਵਾਰਾਂ ਦੀ ਸਹੀ ਸਲਾਮਤੀ ਲਈ ਅਤੇ ਵਿਸ਼ਵ ਦੀ ਸ਼ਾਂਤੀ ਲਈ ਕਿ ਇਹ ਯੁੱਧ ਵਿਰਾਮ ਹੋਵੇ ਔਰ ਮਾਨਵਤਾ ਦੀ ਰੱਖਿਆ ਹੋਵੇ, ਪੀਸ ਵਾਪਸ ਪਰਤੇ। ਇਸ ਉਪਲਕਸ਼ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਸੀ। ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ, ਸ਼੍ਰੀ ਅਖੰਡ ਪਾਠ ਸਾਹਿਬ ਕਰਾਏ ਨੇ ਤਾਂ ਕਿ ਉੱਥੇ ਹਰ ਇੱਕ ਜੋ ਵਿਸ਼ੇਸ਼ ਤੌਰ ਦੇ ਉੱਤੇ ਭਾਰਤ ਦੇ ਲੋਕ ਫਸੇ ਹੋਏ ਆ ਉਹਨਾਂ ਦੀ ਰੱਖਿਆ ਹੋ ਸਕੇ, ਗੁਰੂ ਸਾਹਿਬ ਕਿਰਪਾ ਕਰਨ ਔਰ ਉਹਨਾਂ ਦੀ ਘਰ ਸਹੀ ਸਲਾਮਤ ਵਾਪਸੀ ਹੋ ਸਕੇ। ਹਾਲਾਂਕਿ ਸਰਕਾਰ ਦੁਆਰਾ ਯੂਕਰੇਨ ਦੇ ਵਿੱਚ ਫਸੇ ਵਿਦਿਆਰਥੀਆਂ ਨੂੰ ਲਗਾਤਾਰ ਭਾਰਤ ਵਾਪਸ ਲਿਆਂਦਾ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਕਈ ਭਾਰਤੀ ਵਿਦਿਆਰਥੀ ਪੂਰਬੀ ਯੂਕਰੇਨ ਦੇ ਵਿੱਚ ਫਸੇ ਹੋਏ ਨੇ। ਇਸ ਬਾਬਤ ਪੰਜਾਬ ਦੇ ਵਿੱਚ ਯੂਕਰੇਨ 'ਚ ਫਸੇ ਹੋਏ ਵਿਦਿਆਰਥੀਆਂ ਦੇ ਮਾਪਿਆਂ ਨੇ ਇੱਕ ਮੁਲਾਕਾਤ ਕੀਤੀ ਹੈ ਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੂਰਬੀ ਯੂਕਰੇਨ ਦੇ ਵਿੱਚ ਜੋ ਵਿਦਿਆਰਥੀ ਹੁਣ ਤੱਕ ਫਸੇ ਹੋਏ ਨੇ ਉਹਨਾਂ ਦੀ ਸੁਰੱਖਿਅਤ ਦੇਸ਼ ਵਾਪਸੀ ਦਾ ਪ੍ਰਬੰਧ ਸਰਕਾਰ ਦੁਆਰਾ ਕੀਤਾ ਜਾਵੇ। ਪਰ ਬੜੇ ਦੁੱਖ ਨਾਲ ਮੈਨੂੰ ਇਹ ਕਹਿਣਾ ਪੈ ਰਿਹਾ ਵੀ ਜਿੱਥੇ ਸਾਰੇ ਦੇਸ਼ਾਂ ਦੀ ਸਰਕਾਰਾਂ ਨੇ ਆਪਣੇ ਟਾਈਮ ਸਿਰ ਬੱਚੇ ਕੱਢ ਲਏ ਸੀ, ਸਾਡਾ ਹਿੰਦੁਸਤਾਨ ਏਡਾ ਵੱਡਾ ਮੁਲਕ ਹੈ ਜਿਹੜਾ ਉਹ ਫੇਲ ਹੋ ਗਿਆ ਇਸ ਚੀਜ਼ 'ਚ ਔਰ ਉਸਨੇ ਆਪਣੇ ਬੱਚਿਆਂ ਦੇ ਭਵਿੱਖ ਨਾਲ ਬਹੁਤ ਵੱਡਾ ਮਤਲਬ ਖਿਲਵਾੜ ਕੀਤਾ। ਇੱਕ ਪਾਸੇ ਕਹਿ ਰਹੇ ਆ ਜੀ ਅਸੀਂ ਫ੍ਰੀ ਲਿਆ ਰਹੇ ਹਾਂ, ਮੈਂ ਖੁਦ 63,000 ਰੁਪਇਆ ਖਰਚ ਕੇ ਤੇ ਆਪਣੇ ਬੇਟੇ ਨੂੰ 22 ਤਰੀਕ ਨੂੰ ਬੁਲਾ ਕੇ ਲਿਆ। ਤੁਹਾਡਾ ਬੇਟਾ ਉੱਥੇ ਕੀ ਕਰ ਰਿਹਾ ਸੀ? MBBS ਕਰ ਰਿਹਾ ਜੀ।
ਅੱਛਾ ਜੀ, ਕਿੰਨੀ ਦੇਰ ਹੋ ਗਈ ਉਹਨੂੰ? ਇਹ ਸੈਕੰਡ ਉਹਦਾ ਦੂਸਰਾ ਸਮੈਸਟਰ ਸ਼ੁਰੂ ਹੋ ਗਿਆ ਸੀ। ਪਰ ਮਤਲਬ ਮੈਂ ਬੜੇ ਇੱਕ ਨਾ ਭਰੇ ਮਨ ਨਾਲ ਜਿਹੜਾ ਅੱਜ ਬੱਚਾ ਇੱਕ ਜਿਹਦੀ ਡੈਥ ਹੋ ਗਈ ਹੈ ਨਵੀਨ ਕਰਨਾਟਕਾ ਤੋਂ, ਉਹਦੀ ਤੇ ਵਿਚਾਰੇ ਡੈਥ ਹੋ ਗਈ। ਜਿਹੜੇ ਬੱਚੇ ਉੱਥੇ ਰਹਿ ਰਹੇ ਉਹ ਪਲ ਪਲ ਮਰ ਰਹੇ। ਤੇ ਮੈਂ ਸਰਕਾਰ ਨੂੰ ਅਪੀਲ ਕਰਦਾ ਵੀ ਇਹਨਾਂ ਬੱਚਿਆਂ ਨੂੰ ਕਿਸੇ ਤਰੀਕੇ ਕੱਢੋ। ਰਸ਼ੀਆ ਨਾਲ ਤੁਹਾਡੇ ਸੰਬੰਧ ਵਧੀਆ ਹੈ, ਯੂਕਰੇਨ ਨਾਲ ਵਧੀਆ ਹੈ, ਤੁਸੀਂ ਕਿਹੜਾ ਤਮਾਸ਼ਾ ਦੇਖ ਰਹੇ ਹੋ? ਤੁਸੀਂ ਇਲੈਕਸ਼ਨਾਂ ਤੋਂ ਬਾਹਰ ਹੀ ਨਹੀਂ ਆਉਣਾ ਚਾਹੁੰਦੇ? ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ, ਨਾ ਕਿ ਕਿਸੇ ਇੱਕ ਪਾਰਟੀ ਦੇ। ਤੇ ਮੇਰੀ ਬੇਨਤੀ ਹੈ ਪ੍ਰਧਾਨ ਮੰਤਰੀ ਦੇ ਅੱਗੇ ਵੀ ਆਪਾਂ ਯੂਕਰੇਨ ਜਾਂ ਦੁਨੀਆ ਦੇ ਬਾਕੀ ਦੇਸ਼ਾਂ ਨਾਲ ਗੱਲ ਕਰੀਏ ਵੀ ਲੜਾਈ ਚਾਹੇ 2 ਘੰਟੇ 4 ਘੰਟੇ ਰੋਕ ਲਓ। ਉਹਨਾਂ ਬੱਚਿਆਂ ਨੂੰ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਹੈ, ਜਿਨ੍ਹਾਂ ਨੂੰ ਹਿੰਦੁਸਤਾਨ 'ਚ ਨਿਆਂ ਨਹੀਂ ਮਿਲਿਆ, ਉਹ ਬਾਹਰ ਜਾ ਕੇ ਪੜ੍ਹਾਈ ਕਰ ਰਹੇ ਆ। ਹਿੰਦੁਸਤਾਨ ਦੇ ਵਿੱਚ ਉਹਨਾਂ ਨੇ ਜੋ ਸਿਸਟਮ ਹੈ ਉਸ ਸਿਸਟਮ ਤੋਂ ਖਫਾ ਹੋ ਕੇ ਉਹ ਬਾਹਰ ਗਏ। ਸਰਕਾਰ ਦੁਆਰਾ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਯੂਕਰੇਨ ਦੇ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਦੇਸ਼ ਵਾਪਸ ਲਿਆਂਦਾ ਜਾ ਸਕੇ। ਇਸੇ ਕੜੀ ਦੇ ਵਿੱਚ ਅੱਜ ਵੀ ਕਈ 100 ਵਿਦਿਆਰਥੀ ਭਾਰਤ ਵਾਪਸ ਪਰਤੇ ਨੇ। ਦਿੱਲੀ ਵਿੱਚ ਯੂਕਰੇਨ ਤੋਂ ਵਾਪਸ ਪਰਤੇ ਵਿਦਿਆਰਥੀਆਂ ਨੂੰ ਦੇਖ ਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਸੀ। ਇਸ ਮੌਕੇ ਕਈ ਤਰ੍ਹਾਂ ਦੀਆਂ ਭਾਵੁਕ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉੱਥੋਂ ਵਾਪਸ ਪਰਤੇ ਵਿਦਿਆਰਥੀਆਂ ਨੇ ਕਿਹਾ ਹੈ ਕਿ ਬਾਕੀ ਰਹਿੰਦੇ ਵਿਦਿਆਰਥੀਆਂ ਨੂੰ ਵੀ ਜਲਦ ਹੀ सरकार वापस लेके आवे। 8 दिन से तो बहुत टेंशन में 8 दिन हमारे बहुत ही टेंशन में गुजरे हैं। पल पल हमें ये लग रहा था कि कब क्या हो जाए, कब क्या हो जाए। फिर इनसे हम लोग हर टाइम कांटेक्ट में ही रहते थे और पूछते रहते थे और ये बताते थे तो थोड़ा अच्छा लगता था। फिर भी हम लोगों को बहुत टेंशन थी। क्या हालात हैं वहाँ के? लकीली हमारी यूनिवर्सिटी जो है वो सेफेस्ट पार्ट में है यूक्रेन के, और वहाँ पे कोई ज़्यादा खतरा नहीं है अभी तक। तो कोई और भी हैं आपके अभी कोई फ्रेंड्स या कोई और रिलेटिव वो मेरे फ्रेंड्स जो वहाँ पर हैं, जो वहाँ फंसे हुए हैं? नहीं, अभी तो मेरा कोई फ्रेंड नहीं है जो वहाँ पे फंसा हुआ है। इंडिया में आप कहाँ पर हैं? इंडिया में मैं हिमाचल से हूँ। पहली बात तो मैं बता दूं आपको कि मैं टर्नोबिल नेशनल मेडिकल यूनिवर्सिटी का स्टूडेंट हूँ 5th ईयर का। और पहले मैं पोलैंड बॉर्डर गया था, तो वहाँ पे हमें सपोर्ट के नाम पे कुछ नहीं मिला। बस एक एम्बेसी वालों ने हमें हर बार झूठ पे झूठ, जैसे हमने पहले कॉल करके चले तो उन्होंने बोला आ जाओ, फिर बोले कि हम ये जब वहाँ पे पहुँचे तो बोले आपको किसने बुलाया है। हम गए थे एम्बेसडर के, जो उन्होंने यूट्यूब पे वीडियो डाला था वो देख के, फिर हम लोग वहाँ पे इतना परेशान हो गए जिसकी कोई हद नहीं थी। फिर वहाँ से हम निकले हंगरी के लिए। फिर हंगरी में इंडियन एम्बेसी ने बहुत बढ़िया काम किया, बहुत अच्छी सहायता की, सब चीज़ थी, खाने पीने की बढ़िया, हर चीज़ वेल ऑर्गेनाइज थी। दृष्टि शर्मा और मैं यूक्रेन में उज़्ब्रोद नेशनल यूनिवर्सिटी से हूँ, और हमारे वहाँ पे ऐसा कोई सीन नहीं था। तो हम मोस्ट वेस्टर्न पार्ट में थे, तो हमारे वहाँ पे सेफ था। हमारे वहाँ से हंगरी बॉर्डर 1 आवर की बाई रोड दूरी पे था। बट हम रिक्वेस्ट करेंगे हमारी मीडिया और गवर्नमेंट से कि हमारे जो बहन भाई खान की वो सुनने में फंसे हुए हैं, पहले उनको निकाला जाए, क्योंकि उनके सामने बम ब्लास्ट हो रहे हैं। तो हम रिक्वेस्ट करते हैं। कितने आपके और भी साथी हैं जो वहाँ पर? मेरे कज़न ब्रदर है, ये लक्ष्मेश्वर है, ये खारकिव नेशनल यूनिवर्सिटी में अब भी फंसे हुए हैं। तो हम रिक्वेस्ट करते हैं कि इनको भी निकाला जाए जल्दी से जल्दी। कुछ बातचीत हो पा रही है? हाँ जी, इनसे बातचीत हो पा रही है। ये बहुत डरे हुए हैं वहाँ पे, क्योंकि इनकी आंखों के सामने बम ब्लास्ट हो रहे हैं। देश दुनिया ਤੇ ਪੰਜਾਬ ਦੀਆਂ ਪ੍ਰਮੁੱਖ ਸਿਆਸੀ ਤੇ ਸਮਾਜਿਕ ਖਬਰਾਂ ਦੇ ਸਾਡੇ ਇਸ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।